अगली जेडी भी करनी आप उत्थे कर ले करांगे और लंच कर लवांगे नाल इकट्ठे हो जाएंगे। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਤਾਂ ਮੁੰਡੇ ਦੇ ਵਿਆਹ ਦੀਆਂ ਤੁਸੀਂ ਵਧਾਈਆਂ ਦਿੱਤੀਆਂ, ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਤਾਂ ਖਾਸ ਤੌਰ ਤੇ ਮੈਂ ਜਥੇਦਾਰ ਅਕਾਲ ਤਖਤ ਸਾਹਿਬ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਉਹਨਾਂ ਨੇ ਮੇਰੇ ਬੇਟੇ ਦੇ ਵਿਆਹ ਦੇ ਵਿੱਚ ਆ ਕੇ ਅਰਦਾਸ ਵੀ ਕੀਤੀ। ਜਿਹੜੀ ਅਰਦਾਸ ਵਿਆਹ ਤੋਂ ਬਾਅਦ ਹੁੰਦੀ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕੀਤੀ। ਬਾਅਦ ਦੇ ਵਿੱਚ ਉਹਨਾਂ ਨੂੰ ਆਪਣਾ ਆਸ਼ੀਰਵਾਦ ਵੀ ਦਿੱਤਾ। ਉਸ ਲਈ ਮੈਂ ਬਹੁਤ ਧੰਨਵਾਦੀ ਹਾਂ। ਮੈਂ ਤੁਹਾਨੂੰ ਸੱਚੀ ਦੱਸਦਾ, ਮੇਰੇ ਕੋਲ ਤੁਹਾਡੇ ਇੱਕ ਪੱਤਰਕਾਰ ਹੀ ਬੈਠੇ ਸੀ, ਪੱਤਰਕਾਰ ਤਾਂ ਨਹੀਂ, ਅਖਬਾਰ ਦੇ ਮਾਲਕ ਹੀ। ਤਾਂ ਉਹਨਾਂ ਨੂੰ ਮੈਂ ਅਰਦਾਸ ਤੋਂ ਬਾਅਦ ਬੈਠਦੇ ਸਾਰੇ ਕਿਹਾ ਕਿ ਯਾਰ ਮੈਨੂੰ ਇੰਨੀ ਖੁਸ਼ੀ ਹੈ ਕਿ ਮੇਰੇ ਗਰੀਬ ਦੇ ਘਰ ਆ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਅਰਦਾਸ ਕੀਤੀ ਮੇਰੇ ਬੇਟੇ ਲਈ। ਉਸ ਚੀਜ਼ ਦੀ ਮੈਨੂੰ ਬਹੁਤ ਖੁਸ਼ੀ ਹੈ। ਇਸ ਲਈ ਮੈਂ ਉਹਨਾਂ ਦਾ ਬਹੁਤ ਧੰਨਵਾਦ ਵੀ ਕਰਦਾ। ਤੁਹਾਡਾ ਧੰਨਵਾਦ, ਤੁਸੀਂ ਮੈਨੂੰ ਵਧਾਈ ਦਿੱਤੀ। ਸਾਰਿਆਂ ਨੇ ਜਿਨ੍ਹਾਂ ਨੇ ਵਧਾਈ ਦਿੱਤੀ। ਅਸੀਂ ਪੂਰੇ ਪਰਿਵਾਰ ਨੇ ਫੈਸਲਾ ਕਰਕੇ ਬਹੁਤ ਸਾਦੇ ਢੰਗ ਦੇ ਨਾਲ ਜਿਸ ਤਰ੍ਹਾਂ ਦਾ ਵਿਆਹ ਹੋਣਾ ਚਾਹੀਦਾ, ਕਿਉਂਕਿ ਆਨੰਦ ਕਾਰਜਾਂ ਨੂੰ ਤਾਂ ਅਹਿਮੀਅਤ ਹੀ ਨਹੀਂ ਦਿੰਦੇ। ਹੁਣ ਤਾਂ ਮੈਰਿਜ ਪਹਿਲੇ ਦੇ ਪ੍ਰੋਗਰਾਮ ਨੂੰ ਅਹਿਮੀਅਤ ਹੋ ਗਈ ਹੈ। ਜਿਹੜਾ ਅਸਲੀ ਵਿਆਹ ਹੈ ਉਹ ਆਨੰਦ ਕਾਰਜ ਹੈ। ਅਸੀਂ ਉਸ ਨੂੰ ਅਹਿਮੀਅਤ ਦੇ ਕੇ ਸਾਰੇ ਬਹੁਤ ਸਾਰਿਆਂ ਨੂੰ ਨਹੀਂ ਬੁਲਾ ਸਕਿਆ, ਲੇਕਿਨ ਬਹੁਤ ਸੀਮਤ ਪਰਿਵਾਰਕ ਮੈਂਬਰਾਂ ਨੂੰ ਗੁਰਦੁਆਰਾ ਸਾਹਿਬ 'ਤੇ ਬੁਲਾਇਆ। ਉੱਥੇ ਆਨੰਦ ਕਾਰਜ ਹੋਏ ਹੈ, ਉੱਥੇ ਕੁੜੀ ਵਾਲੇ ਆ ਗਏ, ਉਹਨਾਂ ਨੇ ਉੱਥੋਂ ਹੀ ਕੁੜੀ ਤੋਰੀ ਹੈ ਤੇ ਅਸੀਂ ਆਪਣੇ ਘਰ ਲੈ ਕੇ ਆਏ। ਮੈਂ ਇਸ ਲਈ ਪਰਮਾਤਮਾ ਦਾ ਬਹੁਤ ਸ਼ੁਕਰ ਕਰਦਾ। ਦੂਸਰਾ, ਅੱਜ ਅਸੀਂ ਤੁਹਾਨੂੰ ਸੱਦਿਆ ਹੈ ਇਸ ਕਰਕੇ ਕਿ ਪਿੰਡਾਂ ਤੇ ਸ਼ਹਿਰਾਂ ਦੇ ਲਾਲ ਲਾਈਨ ਦੇ ਜਿਹੜੇ ਅੰਦਰ ਲੋਕ ਰਹਿੰਦੇ ਹੈ, ਉਹਨਾਂ ਪਾਸ ਮਾਲਕੀ ਤੇ ਹੱਕ ਨਹੀਂ ਹੈ। ਜ਼ਿਆਦਾਤਰ ਲੋਕਾਂ ਨੂੰ ਉਹਨਾਂ ਨੂੰ ਦਿੱਕਤ ਆਉਂਦੀ ਜਿਨ੍ਹਾਂ ਪਾਸ ਉਹੀ ਘਰ ਹੈ। ਜੇ ਮੁੰਡੇ ਨੇ ਕਿਤੇ ਕੋਈ ਕੰਮ ਕਰਨਾ ਤਾਂ ਗਿਰਵੀ ਰੱਖਣ ਨੂੰ ਕੁਛ ਹੈ ਨਹੀਂ, ਜਾਂ ਜੇ ਕਦੇ ਵੇਚਣਾ ਹੈ ਤਾਂ ਉਹਦੀ ਰਜਿਸਟਰੀ ਹੈ ਨਹੀਂ। ਮਿਊਨਿਸਪਲ ਕਮੇਟੀ ਵਾਲੇ ਉਹਨੂੰ ਆਪਣੇ ਕਾਗਜ਼ਾਂ ਚੜਾਉਂਦੇ ਆ, ਉੱਥੇ ਸਿਸਟਮ ਸਹੀ ਨਹੀਂ ਹੈ। ਸੋ ਅਸੀਂ ਇਹ ਫੈਸਲਾ ਅੱਜ ਕੀਤਾ ਹੈ ਕਿ ਪਿੰਡਾਂ ਤੇ ਸ਼ਹਿਰਾਂ ਦੇ ਲਾਲ ਲਾਈਨ ਦੇ ਅੰਦਰ, ਲਾਲ ਡੋਰੇ ਦੇ ਅੰਦਰ ਜਿੰਨੇ ਘਰ ਹੈ, ਪੁਰਾਣੀ ਆਬਾਦੀ ਹੈ ਜਿਹੜੀ ਪਿੰਡ ਦੀ, ਉਹ ਜਿਹੜਾ ਜਿੱਥੇ ਬੈਠਾ ਹੈ ਉਹਦੇ ਨਾਮ ਕਰਾਂਗੇ। ਪਹਿਲਾਂ ਇਹ ਸਕੀਮ ਤਾਂ ਆਈ ਸੀ ਲੇਕਿਨ ਚੱਲੀ ਨਹੀਂ, ਚਲਾਈ ਨਹੀਂ ਗਈ, ਜਾਂ ਹੁਣ ਅਸੀਂ ਉਹ ਪਿੰਡਾਂ ਤੱਕ ਹੀ ਸੀਮਤ ਸੀ। ਇਹਨੂੰ ਅਸੀਂ ਸ਼ਹਿਰਾਂ ਵਿੱਚ ਵੀ ਕਰ ਦਿੱਤਾ ਹੈ ਕਿ ਸ਼ਹਿਰਾਂ ਦੇ ਲੋਕਾਂ ਦੇ ਵੀ ਜਿਹੜੇ ਘਰ ਦੇ ਵਿੱਚ ਉਹ ਰਹਿ ਰਹੇ ਹੈ, ਲਾਲ ਲਾਈਨ ਕਰਕੇ ਉਹਨਾਂ ਦੇ ਘਰ ਨਾਮ ਨਹੀਂ ਹੈ ਜਾਂ ਰਜਿਸਟਰੀਆਂ ਫਿਰ ਉੱਥੇ ਹੀ ਦਾਖਲ ਹੁੰਦੀਆਂ। ਰੈਵਨਿਊ ਡਿਪਾਰਟਮੈਂਟ ਨੂੰ ਕੰਮ ਦਿੱਤਾ ਹੈ। ਰੈਵਨਿਊ ਡਰੋਨ ਦੇ ਨਾਲ ਪੂਰਾ ਸਿਸਟਮ ਤਿਆਰ ਕਰਕੇ ਉਹਨਾਂ ਦੇ ਘਰ ਉਹਨਾਂ ਦੇ ਨਾਮ ਹੋਣਗੇ। ਇਹਦਾ ਸਕੀਮ ਦਾ ਨਾਮ ਅਸੀਂ ਰੱਖਿਆ ਮੇਰਾ ਘਰ ਮੇਰੇ ਨਾਮ। ਜਿਨ੍ਹਾਂ ਦੇ ਘਰ ਹੈ ਉਹਨਾਂ ਦੇ ਪਿੰਡਾਂ ਅਤੇ ਸ਼ਹਿਰਾਂ ਦੇ, ਪਹਿਲਾਂ ਪਿੰਡਾਂ ਤੱਕ ਹੀ ਸੀਮਤ ਸੀ, ਸ਼ਹਿਰਾਂ ਤੱਕ ਵੀ ਅਸੀਂ ਕਰ ਰਹੇ ਹਾਂ। ਸੋ ਅੱਜ ਕੋਈ ਜ਼ਿਆਦਾ ਲੰਬਾ ਚੌੜਾ ਨਹੀਂ ਹੈ, ਇੰਨਾ ਹੀ ਤੁਹਾਨੂੰ ਅਸੀਂ ਦੱਸਣਾ ਕਿ ਅਸੀਂ ਇਹ ਸਕੀਮ ਮੇਰਾ ਘਰ ਮੇਰੇ ਨਾਮ। ਜੇ ਕੋਈ ਇਲੀਗਲ ਕਲੋਨੀ ਆਂਦੀ ਉਹ ਵੀ ਰੈਗੂਲਰਾਈਜ਼ ਹੋ ਜਾਏਗੀ? ਨਹੀਂ, ਦੇਖੋ ਫੇਰ ਗੱਲ ਸਮਝ ਲਓ। ਜਿਸ ਤਰ੍ਹਾਂ ਮੇਰਾ ਖਰੜ ਹੈ, ਮੈਂ ਖਰੜ ਦਾ ਰਹਿਣ ਵਾਲਾ ਹੈ। ਪਹਿਲਾਂ ਅਸੀਂ ਪਿੰਡ ਰਹਿੰਦੇ ਸੀ, ਪਿੰਡ ਲਾਲ ਲਾਈਨ ਦੇ ਅੰਦਰ ਸਾਡਾ ਘਰ ਸੀ, ਗਲੀ ਦੇ ਵਿੱਚ ਉੱਪਰ ਜਾ ਕੇ। ਉਹ ਮੇਰੇ ਬਾਪੂ ਦੇ ਨਾਮ ਨਹੀਂ ਹੈ, ਅੱਜ ਵੀ ਨਹੀਂ ਹੈ। ਇਸੇ ਤਰ੍ਹਾਂ ਚਾਹੇ ਕੋਈ ਵੀ ਹੈ, ਚਾਹੇ ਕੋਈ ਕਿਸਾਨ ਹੈ, ਚਾਹੇ ਕੋਈ ਹੈ, ਉਹਨਾਂ ਦੇ ਨਾਮ ਉਹਨਾਂ ਦੇ ਘਰ ਨਹੀਂ ਹੈ, ਕਿਉਂਕਿ ਉਹ ਲਾਲ ਡੋਰੇ ਦੇ ਅੰਦਰ ਹੈ। ਅਸੀਂ ਉਸ ਨੂੰ ਉਹਨਾਂ ਦੇ ਨਾਮ ਕਰ ਰਹੇ। ਇਸੇ ਤਰ੍ਹਾਂ ਸ਼ਹਿਰ ਦੇ ਵਿੱਚ ਜਿਹੜੀਆਂ ਕਲੋਨੀਆਂ ਬਾਹਰ ਵਸ ਰਹੀਆਂ, ਇਹ ਉਹਨਾਂ ਦੀ ਗੱਲ ਨਹੀਂ ਹੈ। ਇਹ ਹੈਗੀ ਹੈ ਜਿਹੜੇ ਪੁਰਾਣੇ ਬਾਸੂ ਘਰ ਹੈ ਪਿੰਡਾਂ ਦੇ ਅੰਦਰ, ਉਹ ਉਹਨਾਂ ਦੇ ਨਾਮ ਨਹੀਂ ਹੈ। ਉਹਨਾਂ ਦੇ ਨਾਮ ਅਸੀਂ ਉਹ ਜ਼ਮੀਨਾਂ ਕਰ ਰਹੇ, ਉਹਨਾਂ ਦੀਆਂ ਕਰਕੇ ਰਜਿਸਟਰੀਆਂ ਤਿਆਰ ਕਰਕੇ ਉਹਨਾਂ ਦੀ ਸਨਦ ਬਣਾ ਕੇ ਉਹਨਾਂ ਨੂੰ ਦੇ ਰਹੇ। ਸਰ, ਮਿਸ਼ਨ ਲਾਲ ਲਕੀਰ ਦਾ ਹੀ ਹਿੱਸਾ ਜੀ ਜਿਹੜਾ? ਮਿਸ਼ਨ ਲਾਲ ਲਕੀਰ ਦਾ ਹਿੱਸਾ ਹੈ। ਇਸ ਤਰ੍ਹਾਂ ਹੈ ਕਿ ਮਿਸ਼ਨ ਲਾਲ ਲਕੀਰ ਪਿੰਡਾਂ ਤੱਕ ਸੀਮਤ ਸੀ, ਅਸੀਂ ਅੱਜ ਸ਼ਹਿਰਾਂ ਤੱਕ ਵੀ ਇਹਨੂੰ ਕਰ ਰਹੇ ਹਾਂ। ਸੈਂਟਰ ਦੀ ਸਮਾਮਤ ਉਹ ਸਾਰੀ ਸਕੀਮ ਨੂੰ ਵਿੱਚ ਇਕੱਠੇ ਲੈ ਕੇ ਮੇਰਾ ਘਰ ਮੇਰਾ ਨਾਮ ਦੀ ਸਕੀਮ ਦੇ ਨਾਲ ਸ਼ਹਿਰਾਂ ਅਤੇ ਪਿੰਡਾਂ ਤੱਕ ਦੋਨਾਂ ਤੱਕ ਇਹਨੂੰ ਕਰ ਰਹੇ। ਜਿੰਨੇ ਵੀ ਲੋਕ ਪਿੰਡਾਂ ਵਿੱਚ ਰਹਿ ਰਹੇ ਹੈ, 66% ਆਬਾਦੀ ਪਿੰਡਾਂ ਦੇ ਵਿੱਚ ਰਹਿ ਰਹੀ ਹੈ। 66% ਜੋ ਜ਼ਿਆਦਾ 6-7% ਲਾਲ ਲਾਈਨ ਦੇ ਬਾਹਰ ਹੈ, ਬਾਕੀ ਸਾਰੇ ਅੰਦਰ ਹੀ ਰਹਿ ਰਹੇ। ਗਰੀਬ ਲੋਕ ਨੇ ਨਹੀਂ ਕਰਵਾ ਸਕਦੇ ਤੇ ਉਹਦਾ ਐਸੀ
ਆਪ ਸਨਦਾ ਬਣਾ ਕੇ ਦੇਣੀ ਹੈ, ਕਰਾ ਕਿਉਂ ਨਹੀਂ ਸਕਦੇ? ਪੈਸੇ ਕੋਈ ਨਹੀਂ ਲੱਗਣੇ, ਸਨਦ ਬਣਾ ਕੇ ਇਹਨਾਂ ਦਾ ਇਹ ਓਵਰਆਲ ਤੁਸੀਂ ਨਾ। ਪਹਿਲਾਂ ਪਿੰਡਾਂ ਦਾ ਕੀਤਾ ਸੀ ਫਿਰ ਵੀ ਬਰਾੜ ਪਰ ਇਹ ਨਹੀਂ ਹੋਏਗੀ, ਥੋੜਾ ਕਲੀਅਰ ਕਰ ਦਿਓ। ਕੋਈ ਪੈਸੇ ਨਹੀਂ ਲੱਗਣੇ ਜੀ। ਐਸੀ ਡਰੋਨ ਦੇ ਨਾਲ ਜਿੱਥੇ ਜਿੱਥੇ ਉਹ ਬੈਠੇ ਉਹਨਾਂ ਦਾ ਨਕਸ਼ਾ ਤਿਆਰ ਕਰ ਦੇਣਾ ਹੈ। ਨਕਸ਼ਾ ਤਿਆਰ ਕਰਕੇ ਉਹਨਾਂ ਦੇ ਸਨਦਾਂ ਬਣਾ ਕੇ ਉਹਨਾਂ ਦੇ ਨਾਮ ਕਰ ਦੇਣੇ। ਪ੍ਰਾਪਰਟੀ ਕਾਰਡ ਮਿਲਣਗੇ, ਪ੍ਰਾਪਰਟੀ ਦੀ ਸਨਦ ਬਣ ਕੇ ਉਹਨਾਂ ਦਾ ਸਨਦ ਮਤਲਬ ਸਰਟੀਫਿਕੇਟ ਰਜਿਸਟਰੀ ਉਹਨਾਂ ਦੀ ਪ੍ਰਾਪਰਟੀ ਦੀ। ਦੇਖੋ ਤੁਸੀਂ ਪਹਿਲਾਂ ਪਿੰਡ ਕੀਤੇ ਸੀ, ਮੁੜ ਕੇ ਸ਼ਹਿਰ ਕੀਤੇ, ਲੋਕਾਂ ਨੇ ਐਪਰੀਸ਼ੀਏਟ ਕੀਤਾ। ਉਸ ਤੋਂ ਬਾਅਦ ਇਹ ਦੱਸਣਾ ਕਿ ਜਿਹੜੀ ਤੁਸੀਂ ਲਾਟ ਹੋਮ ਉਸ ਤੋਂ ਬਾਅਦ ਹੋਏਗਾ, ਇੱਕ ਤਾਂ ਛੋਟੇ ਮੋਟੇ ਪਿੰਡਾਂ 'ਚ ਆਮ ਚਰਚਾ ਦਾ ਵਿਸ਼ਾ ਬਣਿਆ ਪਿਆ ਵੀ ਉਹ ਡਿਸਪਿਊਟ ਹੁੰਦੇ ਨੇ, ਬਿਲਕੁਲ ਪੰਚਾਇਤ ਨਾਲ ਹਲਕਾ ਉਲਟਾ ਇਹਦੇ ਡਿਸਪਿਊਟ ਬਾਅਦ ਡਿਸਟ੍ਰਿਕਟ ਲੈਵਲ ਦੀ ਕਮੇਟੀਆਂ ਬਣਾਉਣਗੇ ਤਾਂ ਕਿ ਲੋਕਾਂ ਨੂੰ ਆਲਰੇਡੀ ਬਣ ਗਿਆ ਜੀ। ਐਸਡੀਐਮ ਲੈਵਲ ਤੱਕ ਹੀ ਰੱਖਾਂਗੇ, ਜ਼ਿਆਦਾ ਡਿਸਟ੍ਰਿਕਟ ਲੈਵਲ ਤੱਕ ਨਹੀਂ ਹੈ। ਜੇ ਕਿਸੇ ਨੂੰ ਸਾਡਾ ਨਕਸ਼ਾ ਜਿਹੜਾ ਅਸੀਂ ਬਣਾਇਆ ਡਰੋਨ ਦੇ ਨਾਲ, ਜਿਹੜੀ ਅਸੀਂ ਸਨਦ ਦੇ ਰਹੇ, ਜੇ ਕਿਸੇ ਨੂੰ ਪ੍ਰੋਬਲਮ ਹੈ ਤਾਂ ਉਹ 15 ਦਿਨਾਂ ਦੇ ਵਿੱਚ, ਪਹਿਲਾਂ ਇਹ 3 ਮਹੀਨੇ ਦੇ ਵਿੱਚ ਸੀ ਕਿ 3 ਮਹੀਨੇ 'ਚ ਦਰਖਾਸਤ ਦੇ ਸਕਦਾ, ਉਸ ਤੋਂ ਬਾਅਦ ਕਾਰਵਾਈ ਹੋਗੀ। ਹੁਣ ਅਸੀਂ ਇਹ ਕਿਹਾ ਕਿ ਅਸੀਂ ਇੱਕ ਨਕਸ਼ਾ ਲਾ ਦੇਣਾ ਹੈ, ਪਿੰਡ ਦੇ ਵਿੱਚ ਬਣਾ ਦੇਣਾ ਹੈ। ਜੇ ਕਿਸੇ ਨੂੰ ਸ਼ਿਕਾਇਤ ਹੈ ਤਾਂ 15 ਦਿਨਾਂ ਦੇ ਵਿੱਚ ਉਹ ਸ਼ਿਕਾਇਤ ਦੂਰ ਕਰ ਦੇ, ਆਪਣੇ ਉਹ ਦੇ ਦੇਵੇ ਆਬਜੈਕਸ਼ਨ। 15 ਦਿਨਾਂ ਬਾਅਦ ਉਹ ਆਬਜੈਕਸ਼ਨ ਜੇ ਕੋਈ ਨਹੀਂ ਆਉਂਦਾ ਤਾਂ ਅਸੀਂ ਅਗਲੇ ਦੇ ਨਾਮ ਕਰ ਇਹ ਦੇਣਾ। ਸਟੇਟ ਦੇ ਸੈਕਟਰਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਵਿਵਾਦ ਆ ਉਹ ਪੰਚਾਇਤੀ ਜ਼ਮੀਨ ਦਾ ਹੈਗਾ। ਬਹੁਤ ਜ਼ਿਆਦਾ ਜਿਹੜੇ ਲੋਕਾਂ ਦੇ ਕਬਜ਼ੇ ਆ ਉਹ ਪੰਚਾਇਤੀ ਜ਼ਮੀਨਾਂ 'ਚ ਕੀਤੇ ਹੋਏ ਨੇ। ਉਹਨਾਂ ਦਾ ਜਿਹੜਾ ਪੰਚਾਇਤ ਦਾ ਝਗੜਾ ਚੱਲਦਾ ਉਹਨੂੰ ਕਿਵੇਂ ਨਿਬੇੜੋਗੇ? ਦੇਖੋ ਤੁਸੀਂ ਫੇਰ ਕਲੀਅਰ ਗੱਲ ਕਰ ਲਓ। ਲਾਲ ਡੋਰੇ ਦੇ ਅੰਦਰ ਪੰਚਾਇਤੀ ਜ਼ਮੀਨ, ਉਹ ਸਾਰਾ ਕੁਝ ਪੰਚਾਇਤ ਦਾ ਹੀ ਹੈ। ਪੰਚਾਇਤੀ ਜ਼ਮੀਨਾਂ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ ਲਾਲ ਡੋਰੇ ਦੇ ਬਾਹਰ ਨੰਬਰ ਵਾਲੀਆਂ, ਉਹਨਾਂ ਦਾ ਕੋਈ ਝਗੜਾ ਨਹੀਂ। ਟੋਬਿਆਂ ਪਰ ਜਿਹੜੀਆਂ ਜਿੱਥੇ ਟੋਬਿਆਂ ਪਰ ਬਹੁਤ ਲੋਕਾਂ ਦੇ ਘਰ ਬਣੇ ਟੋਬਿਆਂ ਪਰ ਜਿਹੜੇ ਆ ਉਹ ਡਰੋਨ ਸਿਸਟਮ ਦੇ ਨਾਲ ਪੰਚਾਇਤ ਦੱਸੇਗੀ ਸਾਡਾ ਟੋਬਾ ਕਿੱਥੇ ਤੱਕ ਹੈ, ਉੱਥੇ ਤੱਕ ਉਹਨੂੰ ਈਅਰਮਾਰਕ ਕਰ ਦਿੱਤਾ ਇਹਨਾਂ ਵਾਰ ਜਾਏਗਾ। ਤੁਸੀਂ ਬਜਟ ਰੱਖ ਲਿਆ ਵੀ ਕੋਈ ਹਰ ਤਰ੍ਹਾਂ ਦਾ ਇੰਤਜ਼ਾਮ ਹੈ, ਬਜਟ ਹੈ, ਸਭ ਕੁਝ ਹੈ। ਇਹਦੇ ਵਿੱਚ ਇੱਕ ਗੱਲ ਹੈਗੀ ਹੈ ਕਿ ਐਨਆਰਆਈ ਜਿਹੜੇ ਭਰਾ ਹੈ, ਇੱਕ ਤਾਂ ਮੈਂ ਤੁਹਾਨੂੰ ਦੱਸਦਾ ਅਸੀਂ ਬੜੀ ਛੇਤੀ ਉਹਨਾਂ ਦੀ ਪ੍ਰਾਪਰਟੀਆਂ ਦੀ ਰਖਵਾਲੀ ਵਾਸਤੇ ਇੱਕ ਐਕਟ ਲੈ ਕੇ ਆ ਰਹੇ। ਉਹ ਆਉਣ ਵਾਲੇ ਜਦੋਂ ਵੀ ਸੈਸ਼ਨ ਅਸੀਂ ਹੋਏਗਾ ਤਾਂ ਉਹਦੇ 'ਚ ਆਏਗਾ। ਦੂਸਰਾ, ਐਨਆਰਆਈ ਦੀ ਪ੍ਰਾਪਰਟੀ ਜਿਹੜੀ ਹੈ ਗਰਦੌਰੀ ਦੇ ਵਿੱਚ ਉਹਦਾ ਨਾਮ ਚੜ ਜਾਏਗਾ ਫਰਦ ਦੇ ਵਿੱਚ ਕਿ ਇਹ ਐਨਆਰਆਈ ਦੀ ਪ੍ਰਾਪਰਟੀ ਹੈ, ਉਹਨੂੰ ਛੇੜਿਆ ਨਹੀਂ ਜਾ ਸਕੇਗਾ। ਉਹਦੀ ਕੰਸੈਂਟ ਤੋਂ ਬਿਨਾ ਉਹਦੀ ਗਰਦੌਰੀ ਚੇਂਜ ਨਹੀਂ ਹੋ ਸਕਦੀ। ਇੱਕ ਅਸੀਂ ਐਕਟ ਵੀ ਇਹਦੇ ਬਾਰੇ ਲੈ ਕੇ ਆ ਰਹੇ। ਦੂਸਰਾ, ਪਿੰਡ ਦੇ ਵਿੱਚ ਜੇ ਐਨਆਰਆਈ ਦਾ ਘਰ ਹੈ, ਉਹ ਵੀ ਅਸੀਂ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਇੱਕ ਐਡ ਭੇਜ ਰਹੇ ਹਾਂ ਕਿ ਜੀ ਹੁਣ ਡਰੋਨ ਦੇ ਨਾਲ ਇਹ ਸਿਸਟਮ ਚੱਲਿਆ, ਮੇਰਾ ਘਰ ਮੇਰੇ ਨਾਮ ਜਿਹੜੀ ਸਕੀਮ ਚੱਲੀ, ਇਹਦੇ ਤਹਿਤ ਹੁਣ ਅਸੀਂ ਸਰਟੀਫਿਕੇਟ ਬਣਾਉਣੇ ਹੈ। ਤੁਹਾਨੂੰ ਜੇ ਆਬਜੈਕਸ਼ਨ ਹੈ ਤਾਂ 15 ਦਿਨਾਂ ਦੇ ਵਿੱਚ ਕਰੋ, ਫੇਰ ਵੀ ਅਸੀਂ ਐਨਆਰਆਈ ਨੂੰ ਇਸ ਤੋਂ ਜ਼ਿਆਦਾ ਟਾਈਮ ਵੀ ਦਵਾਂਗੇ। ਜਿਹੜੀਆਂ ਏਜੰਸੀਆਂ ਹੈਗੀਆਂ ਨੇ, ਜਿਹੜੀਆਂ ਪਹਿਲਾਂ ਹੀ ਲੱਗੀ ਹੋਈ ਹੈ ਸੈਂਟਰਲ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਦਾ ਇਹ ਮਿਕਸਚਰ ਕਹਿ ਰਿਹਾ ਜਾਵੇ। ਦੇਖੋ ਅਸਲੀ ਤਾਂ ਸਟੇਟ ਨੇ ਇੰਪਲੀਮੈਂਟ ਕਰਨੀਆਂ ਹੁੰਦੀਆਂ, ਚਾਹੇ ਸੈਂਟਰ ਦੀ ਵੀ ਸਕੀਮ ਹੋਵੇ। ਅਸਲ ਦੇ ਵਿੱਚ ਉਹ ਸ਼ਹਿਰਾਂ ਤੱਕ ਸੀਮਤ ਨਹੀਂ ਸੀ, ਉਹ ਪਿੰਡਾਂ ਤੱਕ ਸੀਮਤ ਸੀ। ਸ਼ਹਿਰਾਂ ਵਿੱਚ ਵੀ ਅਸੀਂ ਕਰ ਦਿੱਤੀ ਹੈ। ਅਸੀਂ ਇਹਨੂੰ ਹੋਰ ਮੋਡੀਫਾਈ ਕੀਤਾ ਹੈ, 15 ਦਿਨਾਂ ਤੱਕ ਲਿਆਏ ਹੈ। ਅਸੀਂ ਇਹ 3 ਮਹੀਨੇ ਦੇ ਵਿੱਚ ਕੰਮ ਨਿਬੇੜਨਾ ਚਾਹੁੰਦੇ ਹਾਂ। ਇੱਕ ਅਗਲੀ ਗੱਲ ਮੈਂ ਹੋਰ ਕਲੀਅਰ ਕਰ ਦੇਵਾਂ ਕਿ ਅਸੀਂ ਪਿੰਡਾਂ ਦੇ ਵਿੱਚ ਬਿਜਲੀ ਦੇ ਜਿਹੜੇ 2 ਕਿਲੋਵਾਟ ਤੱਕ ਦੇ ਬਿੱਲ ਮਾਫ ਕੀਤੇ ਹੈ, ਬਕਾਏ ਮਾਫ ਕੀਤੇ ਹੈ। ਉਹਦੇ ਵਿੱਚ ਕਨਫਿਊਜ਼ਨ ਹੈ ਲੋਕਾਂ ਨੂੰ। ਇਹ 2 ਕਿਲੋਵਾਟ ਤੱਕ ਚਾਹੇ ਜਿਸ ਦਾ ਵੀ ਕਨੈਕਸ਼ਨ ਹੈਗਾ ਉਹਦੇ ਸਭ ਦੇ ਬਕਾਏ ਮਾਫ ਹੋਏ ਹੈ। ਕੱਟ ਆਫ ਡੇਟ ਇੱਕ ਮਿੰਟ, ਚਾਹੇ ਉਹ ਕਿਸੇ ਵੀ ਜਾਤੀ ਦੇ ਨਾਲ ਸੰਬੰਧਿਤ ਹੈ। ਇਹਦੇ ਵਿੱਚ ਜਾਤ ਬਰਾਦਰੀ ਜਾਂ ਧਰਮ ਦਾ ਕੋਈ ਉਹ ਨਹੀਂ ਹੈ। ਜਿਹੜਾ ਗਰੀਬ ਹੈ ਉਹ ਗਰੀਬ ਹੈ, ਚਾਹੇ ਉਹ ਕਿਸੇ ਜਾਤ ਦਾ ਹੈ। ਜਿਹਦੇ ਪਾਸ ਛੋਟਾ ਜਿਹੜਾ ਖਪਤਕਾਰ ਹੈ 2 ਕਿਲੋਵਾਟ ਤੱਕ ਦਾ, ਉਹ ਕਿਸੇ ਵੀ ਬਰਾਦਰੀ ਦਾ ਹੈ, ਕਿਸੇ ਵੀ ਧਰਮ ਦਾ ਹੈ, ਉਹ ਸਭ ਦੇ ਹੋਏ ਹੈ। ਇਹਦੇ ਵਿੱਚ 52 ਲੱਖ ਪਰਿਵਾਰ ਆਏ ਹੈ, ਟੋਟਲ 72 ਲੱਖ ਪਰਿਵਾਰਾਂ ਚੋਂ ਜਿਹਨਾਂ ਨੂੰ ਇਹ ਲਾਭ ਮਿਲਣਾ ਹੈ। ਨੋਟੀਫਿਕੇਸ਼ਨ ਨਹੀਂ ਹੋਇਆ, ਕਦੋਂ ਤੱਕ ਹੋ ਜਾਏਗਾ? ਨੋਟੀਫਿਕੇਸ਼ਨ ਅਸੀਂ ਕਰ ਰਹੇ ਹਾਂ। ਸਾਡਾ ਇੱਕ ਫਾਰਮ ਬਣ ਗਿਆ ਹੈ। ਉਹ ਫਾਰਮ 2 ਕਿਲੋਵਾਟ ਤੱਕ ਵਾਲੇ ਲੋਕ ਭਰਨਗੇ ਜਿਨ੍ਹਾਂ ਦਾ ਬਕਾਇਆ ਮਾਫ ਹੋਣਾ ਹੈ। ਉਹਨਾਂ ਦਾ ਪੁਰਾਣਾ ਬਕਾਇਆ ਜਿਹੜਾ ਪਿਛਲੇ ਬਿੱਲ ਦੇ ਵਿੱਚ ਆਇਆ ਵਾ, ਫਿਰ ਕਲੀਅਰ ਕਰ ਮੈਂ ਡੇਟ ਪੁੱਛ ਰਿਹਾ ਸੀ, ਜਿਹੜਾ ਇਸ ਤੋਂ ਪਿਛਲਾ ਬਿੱਲ ਉਹਨਾਂ ਕੋਲ ਆ ਚੁੱਕਿਆ, ਜਿਹੜਾ ਉਹਦੇ ਵਿੱਚ ਬਕਾਇਆ ਆਇਆ, ਅਸੀਂ ਉਹ ਮਾਫ ਕਰ ਰਹੇ ਹਾਂ। ਬਿਊਰੋਕ੍ਰੇਸੀ ਨੂੰ ਅਕਸਰ ਇਹ ਗੱਲ ਚੱਲ ਰਹੀ ਹੈ ਕਿ ਤੁਸੀਂ ਫੈਸਲੇ ਬਹੁਤ ਵਧੀਆ ਲੈ ਰਹੇ, ਸਭ ਕੁਝ ਹੈ ਔਰ ਕਾਫੀ ਤਰ੍ਹਾਂ ਉੱਚਾ ਹੋ ਰਿਹਾ ਹੈ, ਲੇਕਿਨ ਗੱਲ ਹੈ ਕਿ ਜਿਹੜੀ ਬਿਊਰੋਕ੍ਰੇਸੀ ਹੈ
ਉਹਦੇ ਪ੍ਰਤੀ ਕਿਤੇ ਨਾ ਕਿਤੇ ਇੰਪਲੀਮੈਂਟੇਸ਼ਨ ਕਰਨ ਵਾਸਤੇ ਜਿਹੜੀ ਅੜਿੱਕਾ ਆਉਂਦਾ ਹੈਗਾ, ਤੁਸੀਂ ਇਹਨੂੰ ਮੈਕੈਨਿਜ਼ਮ ਨੂੰ ਪੂਰਾ ਮਜ਼ਬੂਤ ਕਰਨ ਵਾਸਤੇ ਤਾਂ ਕਿ ਬਿਊਰੋਕ੍ਰੇਸੀ ਹਾਵੀ ਨਾ ਰਹੇ, ਜੋ ਅਕਸਰ ਆਰੋਪ ਲੱਗਦੇ ਨੇ ਜੋ ਚੱਲਦਾ ਪਿਆ ਜਿਵੇਂ ਕੁਛ ਲੋਭ ਨਹੀਂ ਰਹਿਣਾ। ਮੈਂ 3 ਵਾਰ ਐਮਸੀ ਬਣਿਆ ਹੈ, ਮੈਨੂੰ ਪਤਾ ਹੈ ਵੀ ਕਿਸ ਤਰ੍ਹਾਂ ਬਿਜਲੀ ਦੀ, ਮੈਂ ਆਪ ਪੌੜੀ ਲੈ ਕੇ ਟਿਊਬਾਂ ਲਗਾਉਂਦਾ ਰਿਹਾ ਪਿੰਡ ਆਪਣੇ ਗਲੀਆਂ ਦੇ ਵਿੱਚ, ਜਿਹੜੀ ਵਾਰਡ ਦਾ ਮੈਂ ਐਮਸੀ ਸੀ, ਤੇ ਮੈਨੂੰ ਪਤਾ ਕਿ ਕਿਸ ਤਰ੍ਹਾਂ ਸਫਾਈ ਕਰਾਉਣੀ ਹੈ ਸ਼ਹਿਰ ਦੇ ਵਿੱਚ, ਮੈਨੂੰ ਪਤਾ ਕਿਸ ਤਰ੍ਹਾਂ ਨਾਲੀ ਬੰਦ ਕਰਨੀ ਹੈ, ਮੈਨੂੰ ਪਤਾ ਕਿ ਕਿਹੜੇ ਕਿਹੜੇ ਕੰਮ ਜ਼ਰੂਰਤ ਹੈ, ਕਿਉਂਕਿ ਮੈਨੂੰ ਮੈਂ ਆਪ ਆਪਣੇ ਪਿੰਡੇ ਤੇ ਹਟਾਏ ਹੋਏ। ਇਸ ਕਰਕੇ ਤੁਸੀਂ ਫਿਕਰ ਨਾ ਕਰੋ, ਬਿਊਰੋਕ੍ਰੇਸੀ ਤੇ ਮੈਨੂੰ ਕੰਮ ਲੈਣਾ ਹੁੰਦਾ ਔਰ ਲਵਾਂਗੇ। ਬਹੁਤ ਧੰਨਵਾਦ। ਸੁਣੋ ਤੁਸੀਂ ਬਿਜਲੀ ਬਿੱਲਾਂ ਦੀ ਗੱਲ ਕਰ ਰਹੇ ਹੋ, ਬਿਜਲੀ ਦੇ ਪੁਰਾਣੇ ਬਕਾਏ ਦੀ ਮੈਂ ਤੁਹਾਨੂੰ ਦੱਸ ਦਿੱਤੀ ਹੈ। ਕੋਲੇ ਜਿਹੜੀ ਪੰਜਾਬ ਦੇ ਵਿੱਚ ਹੀ ਨਹੀਂ, ਪੂਰੇ ਹਿੰਦੁਸਤਾਨ ਦੇ ਵਿੱਚ ਬਿਜਲੀ ਦਾ ਜਿਹੜਾ ਸੰਕਟ ਆਇਆ ਹੋਇਆ ਉਹ ਕੋਲੇ ਕਰਕੇ ਹੈ। ਸਾਰੀਆਂ ਸਟੇਟਾਂ ਦੇ ਵਿੱਚ ਅਸੀਂ ਕੋਲ ਮੰਤਰੀ ਨਾਲ ਮੈਂ ਵੀ ਗੱਲ ਕੀਤੀ ਹੈ, ਚਿੱਠੀ ਵੀ ਲਿਖੀ ਹੈ, ਪੂਰੀ ਕੋਸ਼ਿਸ਼ ਕਰ ਰਹੇ ਹਾਂ। ਕੇਂਦਰ ਸਰਕਾਰ ਨੂੰ ਅਸੀਂ ਕਹਿ ਰਹੇ ਕਿ ਛੇਤੀ ਤੋਂ ਛੇਤੀ ਕੋਲਾ ਭੇਜਿਆ ਜਾਵੇ। ਬਲੈਕਆਊਟ ਦਾ ਖਤਰਾ ਜੀ, ਬਲੈਕ ਆਊਟ ਅਸੀਂ ਨਹੀਂ ਹੋਣ ਦਵਾਂਗੇ, ਅਸੀਂ ਹਰ ਤਰੀਕੇ ਦੇ ਨਾਲ ਇੰਤਜ਼ਾਮ ਕਰ ਰਹੇ ਹਾਂ। ਜਿਹੜੇ ਪਾਵਰ ਕੱਟ ਲੱਗ ਰਹੇ ਕੱਟ ਜਿਹੜੇ ਕਹਿ ਰਹੇ 2-2 ਏਦਾਂ ਇਹ ਹੈ ਕਿ ਇੰਟੈਂਸ਼ਨਲੀ ਪੰਜਾਬ ਸਰਕਾਰ ਵੱਲੋਂ ਇੱਕ ਵੀ ਕੱਟ ਨਹੀਂ ਲੱਗੇਗਾ। ਕੱਟ ਜੇ ਕੋਲੇ ਕਰਕੇ ਲੱਗਦੇ ਆ ਤਾਂ ਅਸੀਂ ਕੋਲਾ ਭਰਪਾਈ ਕਰਨ ਵਾਸਤੇ ਕੇਂਦਰ ਸਰਕਾਰ ਦੇ ਨਾਲ ਸ਼ਿਲੌਂਗ ਦੇ ਮੈਟਰ ਤੇ ਸ਼ਿਲੌਂਗ ਦੇ ਵਿੱਚ ਜੋ ਕੁਝ ਹੋ ਰਿਹਾ ਉਹਨੂੰ ਲੈ ਕੇ ਜਾ ਰਿਹਾ ਕੋਲਾ ਘੱਟ ਆ ਰਿਹਾ ਹੈਗਾ, ਜਿਹੜੇ ਰੈਕ ਹੈਗੇ ਨੇ ਕਦ ਤੱਕ ਪਹੁੰਚ ਜਾਣਗੇ ਪੰਜਾਬ ਦੇ। ਫਿਕਰ ਨਾ ਕਰੋ, ਅਸੀਂ ਇੰਤਜ਼ਾਮ ਕਰ ਲੈਂਦੇ। ਸ਼ਰਾਬਤ ਦੀ ਸਟੇਟਮੈਂਟ ਆਈ ਹੈ ਜੀ ਇੱਕ